ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। 2022 ਦਾ ਪਹਿਲਾ ਇਮੀਗ੍ਰੇਸ਼ਨ ਸੰਬੰਧੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਇਮੀਗ੍ਰੇਸ਼ਨ ਗੁਰੂ ਦੇ ਵਿੱਚ ਅਸੀਂ ਤੁਹਾਡੇ ਲਈ ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਫਿਰ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਖਿੱਤੇ ਨਾਲ ਜੁੜੇ ਹੋਏ ਨੇ। ਸੋ ਕਾਫੀ ਲੰਬਾ ਤਜਰਬਾ ਰੱਖਦੇ ਨੇ। ਸੋ ਉਹਨਾਂ ਦੇ ਤਜਰਬੇ ਦਾ ਫਿਰ ਤੁਹਾਡੇ ਲਈ ਲਾਹਾ ਲੈਂਦੇ ਹਾਂ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਤੋਂ ਫਿਰ ਅੱਜ ਇਮੀਗ੍ਰੇਸ਼ਨ ਟਿਪਸ ਤੇ ਨਵੀਂ ਅਪਡੇਟਸ ਲਵਾਂਗੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਯਾਨੀ ਮਨੂ ਦੱਤਾ ਐਂਡ RD ਸਾਹਿਬ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਤੇ ICC ਦੀ ਸਮੁੱਚੀ ਟੀਮ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ। ਥੈਂਕ ਯੂ ਮਨੂ ਜੀ। ਅੱਛਾ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਨਵਾਂ ਸਾਲ ਆ ਗਿਆ ਵੀ ਇਸ ਸਾਲ ਤੋਂ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਕੀ ਐਕਸਪੈਕਟ ਕਰਦੇ ਹੋ? ਕਿਸ ਤਰ੍ਹਾਂ ਦੀਆਂ ਐਕਸਪੈਕਟੇਸ਼ਨਸ ਨੇ ਇਸ ਸਾਲ 'ਚ? ਸਿਮਰਤ ਜੀ, ਬਹੁਤ ਸਾਰੀਆਂ ਅੱਛੀਆਂ ਐਕਸਪੈਕਟੇਸ਼ਨਸ ਹੈਗੀਆਂ। ਪਿਛਲਾ ਸਾਲ ਦੇਖੋ ਕਿ 4,01,000 ਇਮੀਗ੍ਰੈਂਟ ਦਾ ਜਿਹੜਾ ਟਾਰਗੇਟ ਸੀਗਾ 1913 ਦਾ ਰੈਕੋਰਡ ਸੀਗਾ, ਉਹ ਬੀਟ ਕੀਤਾ ਗਿਆ ਸਾਡੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ। ਸੋ 2022 ਦੇ ਵਿੱਚ 4,11,000 ਦਾ ਟਾਰਗੇਟ ਹੈਗਾ। ਜਦੋਂ 4,01,000 ਅਚੀਵ ਕਰ ਲਿਆ, ਜਦੋਂ ਸਾਰਾ ਲੋਕਡਾਊਨ ਸੀਗਾ, ਜਦੋਂ ਕੋਈ ਮੂਵਮੈਂਟ ਨਹੀਂ ਸੀਗੀ, ਬਾਹਰੋਂ ਕੋਈ ਵੀ ਐਪਲੀਕੈਂਟ ਨਹੀਂ ਆਇਆ, ਵਿਦਿਨ ਕੈਨੇਡਾ ਇੰਨੇ ਐਪਲੀਕੈਂਟਸ ਹੋ ਗਏ। ਤੇ 2022 ਵੁੱਡ ਨਾਟ ਬੀ ਅ ਡਿਫਿਕਲਟ ਈਅਰ ਐਜ਼ ਫਾਰ ਐਜ਼ ਇਮੀਗ੍ਰੇਸ਼ਨ ਇਜ਼ ਕੰਸਰਨਡ ਐਂਡ ਜਿਸ ਤਰ੍ਹਾਂ ਦਾ ਟਾਰਗੇਟ ਲੈ ਕੇ ਚੱਲਣਗੇ ਸਰਕਾਰ, ਦੇ ਵਿਲ ਅਚੀਵ ਦੈਟ। ਹੁਣ ਹਾਂ, ਬਿਲਕੁਲ ਥੋੜ੍ਹਾ ਜਿਹਾ ਚੇਂਜਸ ਜ਼ਰੂਰ ਆਉਣਗੀਆਂ, ਥੋੜ੍ਹੀ ਜਿਹੀਆਂ ਹਾਲੇ ਵੀ ਫੋਕਸ ਵਿਦਿਨ ਕੈਨੇਡਾ ਐਪਲੀਕੈਂਟਸ, ਬਿਕੋਜ਼ ਜਿਸ ਤਰ੍ਹਾਂ ਦੇ ਕੇਸਿਸ ਵੱਧ ਰਹੇ ਨੇ ਇਸ ਟਾਈਮ ਤੇ ਬਾਹਰੋਂ ਹੋ ਸਕਦਾ ਉਸ ਤਰ੍ਹਾਂ ਦੇ ਕੇਸਿਸ ਪ੍ਰੋਸੈਸ ਨਾ ਕੀਤੇ ਜਾ ਸਕਣ। ਤੁਸੀਂ ਹਾਲੇ ਦੇਖੋ ਕਿ ਇਸ ਟਾਈਮ ਐਕਸਪ੍ਰੈਸ ਐਂਟਰੀ ਦੇ ਵਿੱਚ ਕੱਲੀ ਗੱਲ ਕਰੀਏ ਤਾਂ ਤਕਰੀਬਨ 2 ਲੱਖ ਦੇ ਆਸ-ਪਾਸ, 1,94,000 ਦੇ ਆਸ-ਪਾਸ ਐਪਲੀਕੇਸ਼ਨਸ ਲੱਗੀਆਂ ਹੋਈਆਂ। ਅੱਛਾ ਜੀ। ਉਹਦੇ ਵਿੱਚ 1,54,000 1,55,000 ਐਪਲੀਕੈਂਟਸ ਇਹੋ ਜਿਹਾ ਹੈਗਾ ਜਿਹੜਾ ਕੈਨੇਡਾ ਤੋਂ ਬਾਹਰ ਬੈਠਾ ਹੋਇਆ। ਸੋ ਪਿਛਲੇ ਸਾਲ 1,34,000 ਦੇ ਆਸ-ਪਾਸ ਸੀਗੇ, ਸੋ ਇਸ ਸਾਲ 154 ਹੋ ਗਏ। ਸੋ ਪਿਛਲੇ ਸਾਲ ਤਾਂ ਇੱਕ ਵੀ ਐਪਲੀਕੇਸ਼ਨ 2021 ਦੇ ਵਿੱਚ ਬਾਹਰੋਂ ਪਿਕ ਨਹੀਂ ਹੋਈ। ਸੋ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਤੁਹਾਨੂੰ ਜੌਬ ਆਫਰ ਮਿਲਦੀ ਹੈ, ਵਰਕ ਔਨ ਦੈਟ, ਬਿਕੋਜ਼ ਵਿਦਿਨ ਕੈਨੇਡਾ ਐਪਲੀਕੈਂਟਸ ਦੇ ਉੱਤੇ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਪਿਛਲੇ ਸਾਲ ਦੇ ਵਿੱਚ 75 ਸਕੋਰ ਦੇ ਉੱਤੇ ਐਪਲੀਕੇਸ਼ਨਸ ਪਿਕ ਹੋਈਆਂ, 27,332। ਉਸ ਤੋਂ ਬਾਅਦ TR to PR ਪ੍ਰੋਗਰਾਮ ਆ ਗਿਆ, ਜਿਹਦੇ ਵਿੱਚ ਧੜਾਧੜ ਐਪਲੀਕੇਸ਼ਨਸ ਪਿਕ ਹੋਈਆਂ, ਜਿਨ੍ਹਾਂ ਦੇ ਕੋਲ 1 ਸਾਲ ਦਾ ਐਕਸਪੀਰੀਅੰਸ ਸੀਗਾ। 4 ਬੈਂਡ ਸੀਗੇ, 5 ਬੈਂਡ ਸੀਗੇ, ਐਸੈਂਸ਼ੀਅਲ ਨੌਨ ਐਸੈਂਸ਼ੀਅਲ ਦੇ ਵਿੱਚ ਉਹ ਪਿਕ ਹੋ ਗਈਆਂ। ਉਸ ਤੋਂ ਬਾਅਦ ਐਕਸਪ੍ਰੈਸ ਐਂਟਰੀ ਦੇ ਵਿੱਚ CEC ਦੇ ਵਿੱਚ 357 ਸਕੋਰ ਦੇ ਤੱਕ ਕਿੰਨੀਆਂ ਐਪਲੀਕੇਸ਼ਨਸ, ਕਿੰਨੇ ਡਰਾਸ ਪਿਕ ਹੋਏ। ਸੋ ਬਾਹਰੋਂ ਐਪਲੀਕੇਸ਼ਨ ਕੋਈ ਵੀ ਪਿਕ ਨਹੀਂ ਹੋਈ। ਸੋ ਜਿੰਨੇ 500 ਸਕੋਰ ਦੇ ਨਾਲ ਵੀ ਬਾਹਰ ਬੈਠੇ ਹੋਏ ਨੇ, 450 ਦੇ ਨਾਲ ਵੀ ਬੈਠੇ ਹੋਏ ਨੇ। ਹੁਣ ਤੁਸੀਂ ਆਹ ਦੇਖੋ ਕਿ ਤੁਹਾਡੇ ਵਾਸਤੇ ਓਪਰਚੁਨਿਟੀ ਤਾਂ ਹੀ ਬਣੇਗੀ ਜੇ ਤੁਹਾਡੀ ਐਪਲੀਕੇਸ਼ਨ ਤੁਹਾਨੂੰ ਜੌਬ ਆਫਰ ਮਿਲਦੀ ਹੈਗੀ ਹੈ। ਜੌਬ ਆਫਰ ਦੇ ਨਾਲ ਤੁਸੀਂ ਕੈਨੇਡਾ ਆਉਂਦੇ ਹੋ, ਉਹਦੇ ਨਾਲ PNP ਦੇ ਵਿੱਚ ਵੀ ਤੁਹਾਡੀ ਓਪਰਚੁਨਿਟੀਜ਼ ਬਣਨੀ ਸ਼ੁਰੂ ਹੋ ਜਾਂਦੀ। ਸਿਮਰਤ ਜੀ, ਠੀਕ ਹੈ, ਤੁਸੀਂ ਆਹ ਦੇਖੋ ਕਿ ਹਰ ਪ੍ਰੋਵਿੰਸ ਨੇ ਈਵਨ NOC C, NOC D ਦੀਆਂ ਵੀ ਕੇਸਿਸ ਉਹਨਾਂ ਨੇ PNP ਦੇ ਵਿੱਚ ਪਾ ਦਿੱਤੇ ਹੈਗੇ, ਆਕੂਪੇਸ਼ਨਸ ਕੇਸਿਸ ਉਹਦੇ ਵਿੱਚ ਪਾ ਦਿੱਤੇ। ਉਹਦਾ ਰੀਜ਼ਨ ਹੈਗਾ ਕਿ ਸਾਨੂੰ ਹੱਥੀਂ ਕੰਮ ਕਰਨ ਵਾਲੇ EMPLOYEES ਚਾਹੀਦੇ ਨੇ ਇੱਥੇ। ਅਸੀਂ ਫਾਰਮ ਵਰਕਰ ਦੇ ਵਿੱਚ ਗੱਲ ਕਰ ਲਈਏ, ਅਸੀਂ ਕੰਸਟਰਕਸ਼ਨ ਲੇਬਰ ਦੇ ਵਿੱਚ ਗੱਲ ਕਰ ਲਈਏ, ਅਸੀਂ ਹੌਸਪਿਟੈਲਿਟੀ ਦੇ ਵਿੱਚ ਗੱਲ ਕਰ ਲਈਏ, ਅਸੀਂ ਹੋਟਲ ਅਕੋਮੋਡੇਸ਼ਨ ਇੰਡਸਟਰੀ ਦੇ ਵਿੱਚ ਗੱਲ ਕਰ ਲਈਏ, ਅਸੀਂ ਹੈਲਥ ਕੇਅਰ ਦੇ ਵਿੱਚ ਗੱਲ ਕਰ ਲਈਏ, ਅਸੀਂ ਲੌਜਿਸਟਿਕਸ ਦੀ ਗੱਲ ਕਰ ਲਈਏ, ਡਰਾਸਟਿਕ ਸ਼ਾਰਟੇਜਸ ਇਸ ਟਾਈਮ 'ਤੇ ਚੱਲ ਰਹੀਆਂ ਹੈਗੀਆਂ। ਸੋ C&D ਕੈਟੇਗਰੀ ਦਾ ਸਾਨੂੰ ਇਸ ਫਾਇਦਾ ਹੈਗਾ ਕਿ ਤੁਸੀਂ ਕੈਨੇਡਾ ਆ ਕੇ ਕੰਮ ਕਰੋਗੇ ਐਂਡ ਜਿੰਨੇ ਵੀ ਇੰਪਲੋਇਰਸ ਹੈਗੇ ਨੇ ਉਹ ਤੁਹਾਨੂੰ PNP ਦੇ ਵਿੱਚ ਹੈਲਪ ਕਰ ਸਕਦੇ ਨੇ। ਈਵਨ ICC ਦੇ ਕੋਲ ਇਸ ਟਾਈਮ ਓਪਨਿੰਗਸ ਹੈਗੀਆਂ ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ। ਇਸ ਟਾਈਮ ਐਟਲਾਂਟਿਕ ਦੇ ਉੱਤੇ ਫੋਕਸ ਬਣਿਆ ਹੋਇਆ। ਜਿਹੜਾ ਐਟਲਾਂਟਿਕ ਦੇ ਵਿੱਚ ਪਾਇਲਟ ਪ੍ਰੋਗਰਾਮ ਚੱਲ ਰਿਹਾ ਸੀਗਾ, ਉਹਨੂੰ ਪੱਕਾ ਪ੍ਰੋਗਰਾਮ ਬਣਾ ਦਿੱਤਾ ਗਿਆ। ਸੋ ਹੁਣ ਐਪਲੀਕੇਸ਼ਨਸ ਕੰਟੀਨਿਊਸਲੀ ਲਿੱਤੀਆਂ ਜਾਣਗੀਆਂ ਬਿਕੋਜ਼ ਪ੍ਰੋਗਰਾਮ ਹੈਜ਼ ਬੀਨ ਸਕਸੈਸਫੁਲ। ਜਿੰਨੀਆਂ ਐਪਲੀਕੈਂਟਸ ਲੈ ਕੇ ਆਏ, ਉਹਨਾਂ ਤੇ ਘੱਟੋ ਘੱਟ 80% ਐਪਲੀਕੈਂਟਸ ਦੇ ਸਟੇਡ ਇਨ ਦੋਜ਼ ਪ੍ਰੋਵਿੰਸਿਸ, ਉਹ ਮੂਵ ਨਹੀਂ ਹੋਏ। ਸਿਰਫ 20% ਲੋਕੀ ਸੀਗੇ ਜਿਹੜੇ ਉੱਥੋਂ ਮੂਵ ਹੋ ਕੇ ਓਨਟਾਰੀਓ ਦੇ ਵਿੱਚ ਜਾਂ BC ਦੇ ਵਿੱਚ ਚਲੇ ਗਏ। ਸੋ ਬਿਲਕੁਲ ਜੀ, PNP ਦੇ ਵਿੱਚ ਹੌਸਪਿਟੈਲਿਟੀ ਦਾ ਜੇ ਤੁਹਾਡਾ ਐਕਸਪੀਰੀਅੰਸ ਹੈਗਾ, ਕੁੱਕ ਹੈਗਾ, ਸ਼ੈਫ ਹੈਗਾ, ਬੇਕਰ ਹੈਗਾ, ਈਵਨ ਸਰਵਰ ਦਾ ਐਕਸਪੀਰੀਅੰਸ ਹੈਗਾ, ਰੂਮ ਕਲੀਨਰ ਦਾ ਐਕਸਪੀਰੀਅੰਸ ਹੈਗਾ, ਸਾਡੇ ਕੋਲ ਓਪਨਿੰਗਸ ਮੌਜੂਦ ਹੈਗੀਆਂ ਐਂਡ ਅੱਛੇ EMPLOYERS ਹੈਗੇ ਨੇ ਜਿਹੜੇ PNP ਕੁਆਲੀਫਾਈਡ ਡੈਜ਼ਿਗਨੇਟਿਡ EMPLOYERS ਹੈਗੇ ਨੇ, ਰਿਕੁਆਇਰਮੈਂਟਸ ਮੀਟ ਕਰਦੇ ਨੇ। ਤੁਹਾਡੀ 3 ਚੀਜ਼ਾਂ ਹੈਗੀਆਂ ਜੀ। ਤੁਹਾਡੀ ਏਜ 55 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਗ੍ਰੇਡ 12 FA ਜ਼ਰੂਰ ਕੀਤੀ ਹੋਣੀ ਚਾਹੀਦੀ ਹੈ। ਤੀਸਰਾ ਹੈਗਾ ਤੁਹਾਡੇ ਕੋਲ 1 ਤੋਂ 2 ਸਾਲ ਦਾ ਐਕਸਪੀਰੀਅੰਸ ਇਹਨਾਂ ਫੀਲਡ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। IELTS ਦੇ 5 ਬੈਂਡ ਹੋਣੇ ਚਾਹੀਦੇ ਨੇ ਘੱਟੋ ਘੱਟ। ਜੇ ਆ ਚੀਜ਼ਾਂ ਹੈਗੀਆਂ, ਆਪਣੇ CV ਸਾਨੂੰ ਫਾਰਵਰਡ ਕਰ ਦਿਓ, ਤੁਹਾਡੀ ਇੰਟਰਵਿਊ ਕਰਵਾਵਾਂਗੇ ਐਂਡ ਇਟ ਗੋਜ਼ ਥਰੂ। EMPLOYER ਤੁਹਾਡਾ LMI
LMIA ਕਰੇਗਾ ਐਂਡ ਵਰਕ ਪਰਮਿਟ ਕਰਕੇ ਤੁਸੀਂ ਉੱਥੇ ਕੰਮ ਕਰਨਾ ਸ਼ੁਰੂ ਕਰੋਗੇ ਐਂਡ ਉਸ ਤੋਂ ਬਾਅਦ PNP ਵਾਸਤੇ ਵਿਦ ਫੈਮਿਲੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸਿਮਰਤ ਜੀ ਇੰਨੀ ਏਜ ਦੇ ਵਿੱਚ ਬਿਕੋਜ਼ 40 ਤੋਂ ਬਾਅਦ 44 ਤੋਂ ਬਾਅਦ ਤੁਹਾਡੇ ਏਜ ਦੇ ਪੁਆਇੰਟਸ ਟੋਟਲ ਜ਼ੀਰੋ ਹੋ ਜਾਂਦੇ ਨੇ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ। ਠੀਕ ਹੈ। ਇੱਥੇ 8777 ਦੇ ਨਾਲ ਵੀ ਤੁਹਾਡੇ ਕੇ ਪੁਆਇੰਟਸ ਉਹਨੇ ਨਹੀਂ ਬਣਦੇ ਕਿ ਐਕਸਪ੍ਰੈਸ ਐਂਟਰੀ ਦੇ। ਸੋ PNPs ਇਜ਼ ਡੈਫੀਨਿਟਲੀ ਅ ਬੈਟਰ ਆਪਸ਼ਨ ਜੇ ਦੋਸਤ ਜਿਹੜੇ ਹੈਗੇ ਨੇ ਜਿਹੜੇ ਇਹੋ ਜਿਹੀਆਂ ਰਿਕੁਆਇਰਮੈਂਟਸ ਐਜੂਕੇਸ਼ਨ ਦੀਆਂ ਆਈਲੈਟਸ ਦੀਆਂ ਏਜ ਦੀਆਂ ਰਿਕੁਆਇਰਮੈਂਟਸ ਦੇ ਵਿੱਚ ਫਸੇ ਹੋਏ ਨੇ। ਸੋ ਉਹਨਾਂ ਵਾਸਤੇ PNP ਇਜ਼ ਅ ਬੈਟਰ ਆਪਸ਼ਨ। ਸੋ ਜੇ PNP ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ICC ਨਾਲ ਕੰਟੈਕਟ ਕਰ ਸਕਦੇ ਹੋ। ਈਵਨ ਜੇ ਤੁਹਾਡਾ ਹੈਲਥ ਕੇਅਰ ਦਾ ਐਕਸਪੀਰੀਅੰਸ ਹੈਗਾ ਆਪਣੇ CVs ਫਾਰਵਰਡ ਕਰ ਦਿਓ। BSc ਨਰਸਿੰਗ ਕੀਤੀਆਂ ਹੋਈਆਂ ਹੈਗੀਆਂ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ। ਵੀ ਹੈਵ ਸਮ ਓਪਨਿੰਗਸ ਇਨ ਹੈਲਥ ਕੇਅਰ ਐਂਡ PNP ਵਾਸਤੇ EMPLOYERS ਕੁਆਲੀਫਾਈ ਹੋ ਸਕਦੇ ਨੇ ਐਂਡ ਕਾਫੀ ਹਾਲ ਤੱਕ ਕੁਆਲੀਫਾਈਡ ਵੀ ਹੈਗੇ ਨੇ। ਤੁਹਾਡੇ ਕੋਲ BSc ਨਰਸਿੰਗ ਹੋਣੀ ਚਾਹੀਦੀ ਹੈ, IELTS ਹੋਣਾ ਚਾਹੀਦਾ, ਘੱਟੋ ਘੱਟ 1 ਤੋਂ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਐਂਡ these are options that can work even for nurses। ਬਿਲਕੁਲ ਜੀ। ਅੱਛਾ ਮਨੂ ਜੀ, ਆਪਾਂ ਗਾਇਬ ਇੰਟਰਾ ਕੰਪਨੀ ਟਰਾਂਸਫਰ ਬਾਰੇ ਵੀ ਗੱਲਬਾਤ ਕਰਦੇ ਰਹੇ, ਅੱਜ ਇਸ ਬਾਰੇ ਵੀ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ। ਸਿਮਰਤ ਜੀ ਬਿਜ਼ਨਸ ਕੈਟੇਗਰੀ ਦੇ ਵਿੱਚ 3-4 ਕੈਟੇਗਰੀਜ਼ ਐਗਜ਼ਿਸਟ ਕਰ ਰਹੀਆਂ ਜੀ। ਸਭ ਤੋਂ ਪਹਿਲਾਂ ਹੋ ਗਿਆ ਜੀ ਅਸੀਂ ਓਨਰ ਓਪਰੇਟਰ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਕੈਨੇਡਾ ਆਏ, ਇੱਥੇ ਆ ਕੇ ਬਿਜ਼ਨਸ ਬਾਏ ਕਰ ਲਿਆ। ਉਸ ਤੋਂ ਬਾਅਦ ਬਿਜ਼ਨਸ ਰਨ ਕਰਨ ਵਾਸਤੇ ਤੁਸੀਂ LMIA ਅਪਲਾਈ ਕੀਤਾ ਕਿ ਮੈਂ ਆਪਣਾ ਬਿਜ਼ਨਸ ਬਾਏ ਕੀਤਾ ਹੈਗਾ, ਮੈਂ ਰਨ ਕਰਨਾ ਚਾਹੁੰਦਾ। ਸੋ ਉਹਦੇ ਵਿੱਚ ਵਰਕ ਪਰਮਿਟ ਮਿਲਦਾ ਹੈਗਾ। ਦੂਸਰੀ ਕੈਟੇਗਰੀ ਆ ਗਈ PNP ਐਂਟਰਪ੍ਰੇਨਿਓਰਸ। ਹਰ ਪ੍ਰੋਵਿੰਸ ਨੇ ਆਪਣੇ ਆਪਣੇ ਐਂਟਰਪ੍ਰੇਨਿਓਰ ਪ੍ਰੋਗਰਾਮਸ ਬਣਾਏ ਹੋਏ ਨੇ। ਉਸ ਤੋਂ ਬਾਅਦ ਤੀਸਰੀ ਕੈਟੇਗਰੀ ਆ ਗਈ ਇੰਟਰਾ ਕੰਪਨੀ ਟ੍ਰਾਂਸਫਰੀ। ਇੰਟਰਾ ਕੰਪਨੀ ਟ੍ਰਾਂਸਫਰੀ ਦੇ ਵਿੱਚ ਕੈਨੇਡਾ ਆਉਂਦੇ ਹੋ, ਕੈਨੇਡਾ ਆਉਣ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਬਿਜ਼ਨਸ ਬੈਕ ਹੋਮ ਰਨ ਕਰ ਰਹੇ ਹੋ, ਜੇ ਆਪਣਾ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਹੋ, ਆਪਣੇ EMPLOYEES ਨੂੰ ਇੱਥੇ ਭੇਜਣਾ ਚਾਹੁੰਦੇ ਹੋ ਤੇ ਉਹ ਇੰਟਰਾ ਕੰਪਨੀ ਟ੍ਰਾਂਸਫਰੀ ਤੁਹਾਡੇ ਵਾਸਤੇ ਵਰਕ ਕਰ ਸਕਦੀ ਹੈ। ਚੌਥੀ ਕੈਟੇਗਰੀ ਹੈਗੀ ਸਟਾਰਟਅਪ ਵੀਜ਼ਾ। ਸਟਾਰਟਅਪ ਵੀਜ਼ਾ ਦੇ ਵਿੱਚ ਤੁਹਾਡੇ ਆਈਡੀਆ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਹੜਾ ਐਂਜਲ ਇਨਵੈਸਟਰਸ ਨੂੰ ਜਾਂ ਵੈਂਚਰ ਕੈਪੀਟਲਿਸਟ ਨੂੰ ਜਾਂ ਇਨਕਿਊਬੇਟਰਸ ਨੂੰ ਲੱਗੇ ਕਿ ਆਈਡੀਆ ਦਿਸ ਕੈਨ ਵਰਕ ਇਨ ਕੈਨੇਡਾ। ਸੋ ਜੇ ਇਹੋ ਜਿਹਾ ਆਈਡੀਆ ਤੇ ਤੁਸੀਂ ਸਟ੍ਰੇਟ ਇਵਨ PR ਦੇ ਵਿੱਚ ਆ ਸਕਦੇ ਹੋ। ਇੰਟਰਾ ਕੰਪਨੀ ਇਜ਼ ਵਨ ਆਫ ਦਾ ਅਮੇਜ਼ਿੰਗ ਪ੍ਰੋਗਰਾਮਸ। ਇੰਟਰਾ ਕੰਪਨੀ ਦੇ ਵਿੱਚ ਹੁੰਦਾ ਕੀ ਹੈਗਾ ਜੀ ਕਿ ਤੁਸੀਂ ਬਿਜ਼ਨਸ ਬੈਕ ਹੋਮ ਕਰ ਰਹੇ ਹੋ, ਇੰਡੀਆ, ਪਾਕਿਸਤਾਨ, ਮਿਡਲ ਈਸਟ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਥ ਅਫਰੀਕਾ, ਕਿਤੇ ਵਿੱਚ ਵੀ ਬੈਠੇ ਹੋਏ ਹੋ ਤੇ ਆਪਣੇ ਬਿਜ਼ਨਸ ਦੇ ਡਿਟੇਲਸ ਸਾਡੇ ਨਾਲ ਸ਼ੇਅਰ ਕਰਨੀ ਹੈ। ਤੁਹਾਡਾ ਬਿਜ਼ਨਸ ਘੱਟੋ ਘੱਟ 3 ਸਾਲ ਪੁਰਾਣਾ ਹੋਣਾ ਚਾਹੀਦਾ ਹੈਗਾ, ਫਾਈਨੈਂਸ਼ੀਅਲਸ ਅੱਛੇ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਡੀਸੈਂਟ ਮਨੀ ਹੋਣਾ ਚਾਹੀਦਾ ਤੁਹਾਡੇ ਸੇਵਿੰਗਸ ਦੇ ਵਿੱਚ, ਤਾਂ ਕਿ ਕੈਨੇਡਾ ਐਕਸਪੈਂਸ਼ਨ ਦੇ ਵਿੱਚ ਤੁਸੀਂ ਸ਼ੋਅ ਕਰ ਸਕੋ ਕਿ ਮੇਰੇ ਕੋਲ ਰਿਸੋਰਸਿਸ ਹੈਗੇ ਨੇ। ਉਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ LMIA ਦੀ ਲੋੜ ਨਹੀਂ ਬਿਕੋਜ਼ ਇੰਟਰਨੈਸ਼ਨਲ ਮੋਬਿਲਿਟੀ ਸਟਰੀਮ ਦੇ ਅੰਡਰ ਫਾਲ ਕਰਦਾ ਹੈਗਾ। ਸੋ ਵਿਦਆਊਟ LMIA ਤੁਸੀਂ ਵਰਕ ਪਰਮਿਟ ਆਪਣਾ ਤੇ ਆਪਣੀ ਫੈਮਿਲੀ ਵਾਸਤੇ ਡਿਪੈਂਡੈਂਟ ਵੀਜ਼ਾਸ ਲੈ ਸਕਦੇ ਹੋ। ਉਸ ਤੋਂ ਬਾਅਦ ਕੈਨੇਡਾ ਆ ਕੇ ਤੁਸੀਂ ਆਪਣਾ ਬਿਜ਼ਨਸ ਮੈਨੇਜ ਕਰਨਾ। ਇਹ ਨਹੀਂ ਕਿ ਤੁਹਾਡਾ ਬਿਜ਼ਨਸ ਸਕਸੈਸਫੁਲੀ ਹੋ ਜਾਵੇ, ਪਹਿਲੇ ਸਾਲ ਦੇ ਵਿੱਚ ਕਿਹੜਾ ਬਿਜ਼ਨਸ ਪੈਸੇ ਬਣਾਉਣੇ ਸ਼ੁਰੂ ਕਰ ਦਿੰਦਾ। ਤੁਸੀਂ ਇਨਵੈਸਟਮੈਂਟ ਕਰ ਰਹੇ ਹੋ, ਤੁਸੀਂ ਬੀਜ ਲਗਾ ਰਹੇ ਹੋ। ਸੋ ਆਪਣੇ ਇਨਵੈਸਟਮੈਂਟਸ ਕੀਤੀਆਂ, ਇੱਕ ਅੱਧਾ EMPLOYEE ਤੁਸੀਂ ਕੈਨੇਡੀਅਨ ਹਾਇਰ ਕੀਤਾ ਤੇ ਬਿਜ਼ਨਸ ਰਨ ਕਰਨਾ ਸ਼ੁਰੂ ਕਰ ਦਿੱਤਾ। ਜੇ ਗਰੋ ਕਰ ਗਿਆ 1 ਸਾਲ ਦੇ ਵਿੱਚ ਅਮੇਜ਼ਿੰਗ, ਜੇ ਨਹੀਂ ਕੀਤਾ ਤਾਂ ਵੀ ਤੁਸੀਂ 1 ਸਾਲ ਬਾਅਦ PR ਦੀ ਐਪਲੀਕੇਸ਼ਨ ਲਗਾਉਣ ਵਾਸਤੇ ਐਲੀਜੀਬਲ ਹੋ ਜਾਂਦੇ ਹੋ। ਬਿਕੋਜ਼ ਆ ਜਿਹੜਾ ਤੁਹਾਡੇ 2 ਸਾਲ ਦਾ ਜਿਹੜਾ ਤੁਹਾਨੂੰ ਸਾਲ ਦਾ ਵਰਕ ਪਰਮਿਟ ਮਿਲਦਾ ਹੈਗਾ ਆ, ਇਹ 200 ਪੁਆਇੰਟਸ ਦਾ ਤੁਹਾਨੂੰ ਦੇ ਸਕਦਾ ਹੈਗਾ ਜਦੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਣਾ। ਸੋ ਘੱਟ ਬੈਂਡ ਦੇ ਨਾਲ ਵੀ ਤੁਸੀਂ PR ਵਾਸਤੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸੋ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਬਿਜ਼ਨਸਮੈਨ ਹੈਗੇ ਨੇ ਬੈਕ ਹੋਮ, ਇੰਡੀਆ, ਪਾਕਿਸਤਾਨ, ਮਿਡਲ ਈਸਟ, ਸੈਂਡ ਇਨ ਯੋਰ ਡਿਟੇਲਸ ਟੂ ਅਸ ਬਿਕੋਜ਼ ਥੀਸ ਆਪਸ਼ਨਸ ਕੈਨ ਵਰਕ ਫॉर ਯੂ ਐਂਡ ਇਹਦੇ ਵਿੱਚ ਤੁਹਾਡਾ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੈਗਾ। ਸੋ ਇਹਦੀਆਂ ਓਪਰਚੁਨਿਟੀਜ਼ ਤੁਸੀਂ ਲੈ ਸਕਦੇ ਹੋ। ਬਟ ਇਹ ਤਿੰਨਾਂ ਪ੍ਰੋਗਰਾਮ ਦੇ ਵਿੱਚ ਸਿਰਫ ਤੁਸੀਂ ਪਹਿਲੇ ਵਰਕ ਪਰਮਿਟ ਤੇ ਆਉਂਦੇ ਹੋ ਐਂਡ ਇਵੈਂਚੁਅਲੀ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਹੁਣ ਇੱਕੋ ਹੀ ਪ੍ਰੋਗਰਾਮ ਹੈਗਾ ਸਿਮਰਤ ਜੀ ਜਿਹਦੇ ਵਿੱਚ ਸਟ੍ਰੇਟ ਐਪਲੀਕੈਂਟ PR ਆ ਸਕਦਾ ਹੈ, ਉਹ ਹੈਗਾ ਸਟਾਰਟਅਪ ਵੀਜ਼ਾ। ਸਟਾਰਟਅਪ ਵੀਜ਼ਾ ਦੇ ਵਿੱਚ ਐਜੂਕੇਸ਼ਨ ਹੈਗੀ ਹੈ, ਨਹੀਂ ਹੈਗੀ, ਘੱਟ ਹੈਗੀ ਹੈ, ਡਜ਼ ਨਾਟ ਮੈਟਰ। IELTS 5 ਬੈਂਡ ਜ਼ਰੂਰ ਹੋਣੇ ਚਾਹੀਦੇ ਨੇ। ਏਜ ਇਜ਼ ਨਾਟ ਅ ਬੈਰੀਅਰ ਬਟ ਤੁਹਾਡੇ ਕੋਲ ਆਈਡੀਆ ਇਹੋ ਜਿਹਾ ਹੋਣਾ ਚਾਹੀਦਾ। ਹੁਣ ਜਦੋਂ ਤੁਸੀਂ ਸਾਡੇ ਨਾਲ ਡਿਸਕਸ ਕਰਦੇ ਹੋ ਆਪਣੀ ਡਿਟੇਲਸ ਐਂਡ ਸਟਾਰਟਅਪ ਵਾਸਤੇ ਓਪਰਚੁਨਿਟੀਜ਼ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਵੀ ਬਿਜ਼ਨਸ ਕਰ ਰਹੇ ਹੋ, ਡੇ ਕੇਅਰ ਰਨ ਕਰ ਰਹੇ ਹੋ, ਐਕਸਪੋਰਟ ਇੰਪੋਰਟਰ ਕਰ ਰਹੇ ਹੋ, ਟ੍ਰੇਡਿੰਗ ਕਰ ਰਹੇ ਹੈਗੇ ਹੋ, ਤੁਸੀਂ ਆਪਥੈਮੈਲਿਕ ਕਿਸੇ ਇੰਸਟਰੂਮੈਂਟ ਦੀ ਮੈਨੂਫੈਕਚਰਿੰਗ ਕਰ ਰਹੇ ਹੋ, ਕੋਈ ਸਪੈਸ਼ਲਾਈਜ਼ਡ ਚੀਜ਼ਾਂ ਮੈਨੂਫੈਕਚਰ ਕਰ ਰਹੇ ਹੋ, ਐਵਰੀ ਪ੍ਰੋਗਰਾਮ ਕੈਨ ਵਰਕ ਟੂਵਰਡਸ ਸਟਾਰਟਅਪ ਵੀਜ਼ਾ। ਐਂਡ ਇਹਦੇ ਵਿੱਚ ਦਿਸ ਇਜ਼ ਤੁਹਾਡੇ ਕੋਲ ਆਪਸ਼ਨ ਹੈਗੀ ਕਿ ਤੁਸੀਂ ਸਟ੍ਰੇਟ PR ਆ ਸਕਦੇ ਹੋ ਐਂਡ ਵਰਕ ਪਰਮਿਟ ਤੇ ਵੀ ਆਉਣਾ ਚਾਹੋ ਉਹ ਵੀ ਪੋਸੀਬਿਲਿਟੀ ਹੈਗੀ ਹੈ। ਬਟ PR ਤੇ ਆਉਂਦੇ ਹੋ ਤੇ ਤੁਹਾਡੇ
ਤੁਹਾਡੇ ਉੱਤੇ ਕੋਈ ਬਾਈਂਡਿੰਗ ਨਹੀਂ ਹੈਗੀ, ਕੋਈ ਇਹੋ ਜਿਹੀ ਚੀਜ਼ਾਂ ਨਹੀਂ ਹੈਗੀਆਂ। ਬਟ ਜੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਇਹਨਾਂ ਪ੍ਰੋਗਰਾਮਸ ਬਾਰੇ, ਤੁਸੀਂ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ, 1-on-1 ਸਾਡੇ ਨਾਲ ਮੀਟਿੰਗ ਪਲਾਨ ਕਰ ਸਕਦੇ ਹੋ, ਸਾਡੇ ਨਾਲ ਅਪਾਇੰਟਮੈਂਟ ਸੈੱਟ ਕਰੋ। ਐਂਡ ਵੀ ਸਾਡੀ ਵੈਬਸਾਈਟ www.iccimmigration.ca ਤੇ ਜਾ ਕੇ ਤੁਸੀਂ ਅਪਾਇੰਟਮੈਂਟ ਸ਼ੈਡਿਊਲ ਕਰ ਸਕਦੇ ਹੋ। ਐਂਡ ਆਈ ਵਿਲ ਔਰ ਅਨਦਰ ICCRC ਮੈਂਬਰ ਵੁੱਡ ਕੰਸਲਟ ਯੂ ਔਨ ਥੀਸ ਪ੍ਰੋਗਰਾਮਸ ਐਂਡ ਦੇ ਵਿਲ ਸੁਜੈਸਟ ਯੂ ਕਿ ਤੁਹਾਡੇ ਵਾਸਤੇ ਕਿਹੜੀ ਓਪਰਚੁਨਿਟੀ ਬੈਸਟ ਵਰਕ ਕਰ ਸਕਦੀ ਹੈ। ਸੋ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ, ਇਮੀਗ੍ਰੇਸ਼ਨ ਐਂਡ ਟਰਾਂਸਪੇਰੈਂਟ ਐਡਵਾਈਸ ਸੁਣਨ ਵਾਸਤੇ ਤਿਆਰ ਹੈਗੇ ਨੇ, ਇੱਕ ਵਾਰੀ ਸਾਨੂੰ ਈਮੇਲ ਜ਼ਰੂਰ ਕਰੋ, info@iccimmigration.ca। ਤੁਸੀਂ ਸਾਨੂੰ WhatsApp ਤੇ ਵੀ ਰੀਚ ਕਰ ਸਕਦੇ ਹੋ 6478509000 ਐਂਡ ਸਾਡਾ ਫੋਨ ਨੰਬਰ ਹੈਗਾ ਜੀ 9054612424। ਅੱਛਾ ਮਨੂ ਜੀ, ਜਿੰਨੀ ਵੀ ਤੁਸੀਂ ਕੈਟਾਗਰੀ ਖਾਸ ਕਰਕੇ ਬਿਜ਼ਨਸ ਦੇ ਨਾਲ ਸੰਬੰਧਿਤ ਦੱਸੀਆਂ ਨੇ, ਬਹੁਤ ਵਾਰੀ ਆਪਣੇ ਭੈਣ ਭਰਾਵਾਂ ਦਾ ਇਹ ਸਵਾਲ ਹੁੰਦਾ ਹੈ ਜੀ, ਜੇ ਮੈਂ ਇਸ ਕੈਟਾਗਰੀ 'ਚ ਅਪਲਾਈ ਕਰੂੰਗਾ ਤੇ ਮੇਰਾ ਸਕਸੈਸ ਰੇਟ ਕਿੰਨਾ ਗਿਆ। ਸੋ ਜੇ ਆਪਾਂ ਇਹਦੀ ਇੰਟਰਾ ਕੰਪਨੀ ਟ੍ਰਾਂਸਫਰ ਦੀ ਗੱਲ ਕਰੀਏ ਤਾਂ ਸਕਸੈਸ ਰੇਟ ਕਿੰਨਾ ਗਿਆ? ਸਿਮਰਤ ਜੀ, ਇਹਦਾ ਸਕਸੈਸ ਰੇਟ ਇਜ਼ ਓਵਰ 90%। ਸੋ 90% ਦਾ ਸਕਸੈਸ ਰੇਟ ਦਾ ਮਤਲਬ ਹੈਗਾ ਕਿ ਤੁਹਾਡੇ ਕੋਲ ਇਮੈਂਸ ਓਪਰਚੁਨਿਟੀਜ਼ ਹੈਗੀਆਂ ਇਸ ਪ੍ਰੋਗਰਾਮ ਨੂੰ ਗ੍ਰੈਬ ਕਰਨ ਦੀਆਂ। ਬਟ ਉਸ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਕੰਸਲਟੇਸ਼ਨ ਦੇ ਵਿੱਚ ਜਾਂਦੇ ਹੋ, ਅਸੀਂ ਤੁਹਾਡੇ ਸਾਰੇ ਡਾਕੂਮੈਂਟੇਸ਼ਨਸ, ਤੁਹਾਡੀ ਫਾਈਨੈਂਸ਼ੀਅਲ, ਤੁਹਾਡੇ ਨੈਟ ਐਸੈਟਸ, ਤੁਹਾਡੇ CVs ਨੂੰ ਦੇਖ ਕੇ ਵੀ ਸੁਜੈਸਟ ਯੂ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰਨਾ ਚਾਹੀਦਾ। ਸੋ ਦੈਨ ਯੂ ਵਰਕ ਟੁਵਰਡਸ ਦੈਟ ਐਂਡ ਓਪਰਚੁਨਿਟੀਜ਼ ਆਰ ਇਮੈਂਸ। ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀਜ਼ ਐਂਡ ਲੇਟੈਸਟ ਸਟੱਡੀ ਵੀ ਇਹੀ ਆਈ ਹੈ ਕਿ ਕੈਨੇਡਾ ਇਜ਼ ਨੰਬਰ 1 ਕੰਟਰੀ ਟੂ ਇਮੀਗ੍ਰੇਟ ਟੂ। ਸੋ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਰੀਚ ਆਊਟ ਟੂ ਅਸ at info@iccimmigration.ca। ਸਾਨੂੰ 14 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਬਿਲਕੁਲ ਜੀ, ਜਾਣ ਤੋਂ ਪਹਿਲਾਂ ਮਨੂ ਜੀ WhatsApp ਨੰਬਰ ਜ਼ਰੂਰ ਦਿਓ ਇੱਕ ਵਾਰ। ਸਿਮਰਨ ਜੀ, ਸਾਡਾ ਫੋਨ ਨੰਬਰ WhatsApp ਨੰਬਰ ਹੈਗਾ ਜੀ 6478509000 6478509000 ਐਂਡ ਜੇ ਅਪਾਇੰਟਮੈਂਟ ਸ਼ੈਡਿਊਲ ਕਰਨਾ ਚਾਹੁੰਦੇ ਹੋ www.iccimmigration.ca ਤੇ ਜਾ ਕੇ ਤੁਸੀਂ ਸਾਡੇ ਨਾਲ 1-on-1 ਅਪਾਇੰਟਮੈਂਟ ਸ਼ੈਡਿਊਲ ਕਰ ਸਕਦੇ ਹੋ। ਮਨੂ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਗਲੇ ਹਫਤੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਧੰਨਵਾਦ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਕੈਨੇਡਾ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।